ਤੇ ਹੁਣ ਪੰਡਤ ਯਾਦਵਿੰਦਰ ਹੋਰਾਂ ਨੂੰ ਸਰਵਣ ਕਰੋਗੇ ਆਪ ਜੀ, ਉਹਨਾਂ ਨੂੰ ਅਰਜ਼ੇ ਕਿ ਉਹ ਆ ਕੇ ਮੰਚ ਤੇ ਆਉਣ ਅਤੇ ਆਪ ਜੀ ਨੂੰ ਮੁਖਾਦੇ ਪਾਉਣ। ਪੰਡਤ ਯਾਦਵਿੰਦਰ ਸਿੰਘ ਜੀ। परम सत्कारयोग उपस्थित हाजरीन साध संगत जीओ, सब तो पहला उस महान सतगुरां नूं याद करिए जिन्हां दी प्रकाश शताब्दी दे निमित्त बड़े श्रद्धा भावना दे नाल, बड़े हर्षो उल्लास दे नाल आपां इकत्र होए आ। सब बहुत प्रेम सत्कार नाल आखिए धन श्री सतगुरु जगजीत सिंह सच्चे पातशाह जी। सतगुरु जी दा जस पिछले कुछ दिनां तो आपां सरवण करदे आ पए। लगभग मेरे सामने जिन्ने भी सज्जन बैठे ने, मातावां भैणां, सारियां ने सतगुरु जगजीत सिंह सच्चे पातशाह जी दे दर्शन रज रज के कीते ने। उन्हां दे जीवन नूं बड़ी खुलियां अखां दे नाल आपां वेखदे रहे हां। इन्हां 2-3 दिनां दे विच सतगुरु जगजीत सिंह सच्चे पातशाह जी दी ओ मूरत, उन्हां दे कीते होए उपकार बार बार दिल दे विच उगरदे सन पए, ते उन्हां दे बारे जो मन दे अंदर कुछ विचार उपजे ने, सतगुरु जी दी बख्शिश नाल आप दे नाल सांझे करन दा यतन करांगा। जे सतगुरु जी दा जीवन वेखिए, सब गोबिंद है, सब गोबिंद है, गोबिंद बिन नहीं कोई तो लैके, इस आत्मक आनंद दियां मंजिलां तो गुजरदा होया उन्हां दा जीवन। उद्यम करो वड भागी ओह सिमरो हर हर राय दे वाक अनुसार। एक ज्ञानी और एक कर्म योग दे नाल भरपूर जीवन श्री सतगुरु जी दा आपां वेखदे रहे हां। लगभग 20वीं शताब्दी दे उत्तरार्ध तो लैके इस 21वीं शताब्दी दे 2 दहाकियां तक आपां निरसंकोच इस गल नूं कह सकदे हां, सतगुरु जी दा जो कार्य क्षेत्र सी ਉਹ ਲਗਭਗ ਪੂਰਾ ਵਿਸ਼ਵ ਹੀ ਸੀ। ਉਹਨਾਂ ਦਾ ਨਾਮਧਾਰੀਆਂ ਤੋਂ ਅਤਿਰਿਕਤ ਵੀ ਹਰ ਸੰਪਰਦਾਇ ਦੇ ਨਾਲ, ਹਰ ਖੇਤਰ ਦੇ ਨਾਲ, ਚਾਹੇ ਰਾਜਨੀਤਿਕ ਹੋਵੇ, ਚਾਹੇ ਸਮਾਜਿਕ ਹੋਵੇ, ਚਾਹੇ ਧਾਰਮਿਕ ਹੋਵੇ, ਉਹ ਬੱਚਿਆਂ ਲਈ ਇੱਕ ਸੰਸਕਾਰ ਸਨ, ਨੌਜਵਾਨਾਂ ਲਈ ਉਹ ਇੱਕ ਪ੍ਰੇਰਣਾ ਸਨ, ਤੇ ਬਜ਼ੁਰਗਾਂ ਲਈ ਇੱਕ ਆਸ ਸਨ। ਸਾਧ ਸੰਗਤ ਚ सतगुरु जी का जीवन बहुपक्षी जीवन है। अगर मैं इन्हां शब्दां दे नाल भी कह दवां, उत्तर भारत दे विच जदों तो सतगुरु सच्चे पातशाह जी ने अपनी इस जीवन लीला नूं शुरू कीता, इहो जिहा कोई व्यक्तित्व नहीं विखदा जिन्ने इन्ने लोकां दे जीवन नूं स्पर्श कीता होवे, जिन्ने इन्ने लोकां दे जीवन नूं प्रभावित कीता होवे,
ਜਿਹੜਾ ਇੰਨੇ ਸਮਾਜ ਦੇ ਵਿੱਚ ਪਰਿਵਰਤਨ, ਇੰਨੇ ਉਸਾਰੂ ਕੰਮ ਤੇ ਇੰਨੇ ਲੋਕਾਂ ਦੇ ਜੀਵਨ ਦਾ ਆਧਾਰ ਬਣਿਆ ਹੋਵੇ, ਉਹ ਲਗਭਗ ਪਿਛਲੀ ਸ਼ਤਾਬਦੀ ਦੇ ਉੱਤਰਾਰਧ ਤੋਂ ਲੈ ਕੇ ਅੱਜ ਤੱਕ ਕੇਵਲ ਔਰ ਕੇਵਲ ਜੇ ਆਪਾਂ ਨਜ਼ਰ ਮਾਰੀਏ ਵਿਸ਼ਾਲ ਦ੍ਰਿਸ਼ਟੀ ਦੇ ਨਾਲ, ਉਹ ਇੱਕੋ ਹੀ ਚਿਹਰਾ ਉਹ ਸਾਡੇ ਸਾਹਮਣੇ ਆਉਂਦਾ ਹੈ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਗੁਰਬਾਣੀ ਦੀ ਚੱਲਦੀ ਫਿਰਦੀ ਵਿਆਖਿਆ ਸੀ। ਸਾਧ ਸੰਗਤ ਜੀ, ਜੋ ਗੁਰਬਾਣੀ ਦੇ ਵਿੱਚ ਲਿਖਿਆ ਉਹਨਾਂ ਦੇ ਅਰਥਾਂ ਨੂੰ ਸਾਕਾਰ ਕਰਨਾ ਸਤਿਗੁਰੂ ਜੀ ਦਾ ਹਰ ਛੋਟਾ ਵੱਡਾ ਕੰਮ ਹੋਇਆ ਕਰਦਾ ਸੀ। ਸਾਧ ਸੰਗਤ ਜੀ, ਸ਼ਾਸਤਰ ਇਹ ਕਹਿੰਦਾ, ਧਿਆਨ ਮੂਲਮ ਗੁਰੂ ਮੂਰਤੀ, ਪੂਜਾ ਮੂਲਮ ਗੁਰੂ ਪਦਮ, ਮੰਤਰ ਮੂਲਮ ਗੁਰੂ ਵਾਕਿਆ, ਮੋਕਸ਼ ਮੂਲਮ ਗੁਰੂ ਕਿਰਪਾ। ਗੁਰੂ ਦੀ ਮਹਿਮਾ ਮੈਂ ਸਮੇਂ ਅਨੁਸਾਰ ਵਰਣਨ ਕਰਨਾ ਹੈ। ਗੁਰੂ ਦੀ ਮਹਿਮਾ ਅਪਰੰਪਾਰ ਹੈ, ਪਰ ਗੁਰੂ ਗੀਤਾ ਦੇ ਵਿੱਚ ਭਗਵਾਨ ਸ਼ੰਕਰ ਕਹਿੰਦੇ ਨੇ, ਧਿਆਨ ਮੂਲਮ ਗੁਰੂ ਮੂਰਤੀ। ਅਗਰ ਕਿਸੇ ਦਾ ਧਿਆਨ ਕਰਨਾ ਹੈ, ਗੁਰੂ ਦੀ ਮੂਰਤੀ ਦਾ ਧਿਆਨ। ਮੰਤਰ ਮੂਲਮ ਗੁਰੂ ਵਾਕਿਅਮ, ਮੰਤਰ ਕੀ ਹੈ? ਸਤਿਗੁਰੂ ਦਾ ਹਰ ਹੁਕਮ, ਸਤਿਗੁਰੂ ਦਾ ਹਰ ਸ਼ਬਦ ਹੀ ਸਿੱਖ ਵਾਸਤੇ ਮੰਤਰ ਬਣ ਜਾਂਦਾ। ਸਾਧ ਸੰਗਤ ਜੀ, ਪੂਜਾ ਮੂਲਮ ਗੁਰੂ ਪਦਮ, ਆਪਣੀ ਸ਼ਰਧਾ, ਆਪਣੀ ਭਾਵਨਾ, ਆਪਣੀ ਪੂਜਾ ਦਾ ਕੇਂਦਰ ਕੀ ਹੋਵੇ? ਸਤਿਗੁਰੂ ਦੇ ਚਰਨ ਹੋਣ, ਸਤਿਗੁਰੂ ਦਾ ਆਸ਼ਰੇ ਹੋਵੇ, ਸਤਿਗੁਰੂ ਦੇ ਪ੍ਰਤੀ ਸਮਰਪਣ ਹੋਵੇ। ਮੋਕਸ਼ ਮੂਲਮ ਗੁਰੂ ਕਿਰਪਾ, ਤੇ ਮੁਕਤੀ ਦਾ ਮੂਲ ਕੀ ਹੈ? ਮੁਕਤੀ ਦਾ ਕਾਰਨ ਕੀ ਹੈ? ਕੇਵਲ ਔਰ ਕੇਵਲ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਦੀ ਬਖਸ਼ਿਸ਼ ਹੈ। ਇਹੀ ਮੋਕਸ਼ ਦਾ ਮੂਲ ਹੈ। ਸਾਧ ਸੰਗਤ ਜੀ, ਜੇ ਮੈਂ ਥੋੜਾ ਜਿਹਾ ਆਪ ਨੂੰ ਇੱਕ ਦੋ ਬਿੰਦੂਆਂ ਵੱਲ ਇਸ਼ਾਰੇ ਮਾਤਰ ਗੱਲ ਕਰਨੀ ਹੈ, ਸੁਭਾਵਿਕ ਰੂਪ ਦੇ ਵਿੱਚ ਜਦੋਂ ਵਿਅਕਤੀ ਸ਼ਰਧਾ ਦੀਆਂ ਅੱਖਾਂ ਨਾਲ ਵੇਖਦਾ, ਉਹਦੇ ਨਾਲ ਬਹੁਤ ਚਮਤਕਾਰਕ ਚੀਜ਼ਾਂ ਜੋੜ ਦਿੰਦਾ। ਸਾਧ ਸੰਗਤ ਜੀ, ਸਾਡੇ ਗੁਰੂ ਇਸ ਤਰ੍ਹਾਂ ਦੇ ਸਨ, ਸਾਡੇ ਗੁਰੂ ਇਸ ਤਰ੍ਹਾਂ ਦੇ ਸਨ, ਬੜੀ ਅਲੌਕਿਕਤਾ ਦੇ ਨਾਲ ਸ਼ਰਧਾ ਦੀ ਅੱਖ ਵੇਖਦੀ ਹੈ। ਪਰ ਪ੍ਰਮਾਣ ਔਰ ਵਿਸ਼ਲੇਸ਼ਣ ਦੇ ਨਾਲ ਜਦੋਂ ਸਤਿਗੁਰੂ ਜੀ ਨੂੰ ਵੇਖੀਦਾ, ਸਤਿਗੁਰੂ ਜੀ ਕੋਈ ਬਹੁਤ ਪੁਰਾਣੀ ਇਤਿਹਾਸਿਕ ਮੂਰਤੀ ਨਹੀਂ, ਆਪਾਂ ਸਾਰਿਆਂ ਦੇ ਨਾਲ ਅਜੇ ਕੱਲ ਦੀਆਂ ਗੱਲਾਂ ਨੇ। ਸਤਿਗੁਰੂ ਜੀ ਦੇ ਜੀਵਨ ਦੀ ਨਿਰਮਾਣਤਾ, ਸਤਿਗੁਰੂ ਜੀ ਦੇ ਜੀਵਨ ਦੀ ਸਰਲਤਾ ਔਰ ਆਪਣੇ ਸਤਿਗੁਰੂ ਦੇ ਪ੍ਰਤੀ ਸ਼ਰਧਾ ਔਰ ਪ੍ਰੇਮ ਔਰ ਗੁਰਬਾਣੀ ਦੇ ਅਨੁਸਾਰ ਜੀਵਨ ਅਸੀਂ ਸਾਰਿਆਂ ਨੇ ਵੇਖਿਆ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਇਹ ਜੋ ਗੁਰਿਆਈ, ਇਹ ਜੋ ਮਹਾਨਤਾ ਉਹਨਾਂ ਨੂੰ ਪ੍ਰਾਪਤ ਹੋਈ, ਇਹ ਇਸ ਤਰ੍ਹਾਂ ਨਹੀਂ ਮਿਲ ਜਾਂਦੀ। ਸਾਧ ਸੰਗਤ ਜੀ, ਇਹਦੇ ਪਿੱਛੇ ਬਹੁਤ ਵੱਡੀ ਕਾਲਨਾ ਹੈ। ਗੁਰ ਪਰਮੇਸ਼ਰ ਏਕੋ ਜਾਣ ਦੇ ਵਾਕਿਆ ਅਨੁਸਾਰ ਆਪਣੇ ਪਿਤਾ ਗੁਰੂ ਨੂੰ ਉਸ ਪਰਮੇਸ਼ਰ ਦਾ ਰੂਪ ਮੰਨ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਰ ਸ਼ਬਦਾਂ ਦੇ ਉੱਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਪੂਰਨੇ ਪਾਏ। ਇਹ ਗੁਰਿਆਈ ਇਸ ਤਰ੍ਹਾਂ ਨਹੀਂ ਮਿਲੀ। ਇਸ ਆਸਨ ਤੇ ਸੁਸ਼ੋਭਿਤ ਹੋਣ ਤੋਂ ਪਹਿਲਾਂ ਜਦੋਂ ਇਤਿਹਾਸ ਨੂੰ ਪੜ੍ਹੀਦਾ, ਖਾਸ ਕਰਕੇ ਵਿਰਕ ਜੀ ਦੀਆਂ ਲਿਖਤਾਂ ਨੂੰ ਪੜ੍ਹੀਦਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਘਾਲਣਾ ਘਾਲੀ ਹੈ। ਹਰ ਉਸ ਆਮ ਸਿੱਖ ਦੇ ਵਾਂਗਰਾਂ ਸਾਧ ਸੰਗਤ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿਣਾ। ਇੱਕ ਜਗ੍ਹਾ ਪੜ੍ਹਦਿਆਂ ਹੈਰਾਨੀ ਹੋ ਗਈ, ਜਦੋਂ ਇਹ 47 ਦੇ ਦੰਗੇ ਸ਼ੁਰੂ ਹੋਏ, ਹਰ ਪਾਸੇ ਮਾਹੌਲ ਦੀ ਬੜੀ ਤਨੋਤਨੀ ਹੋਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਲਾਹੌਰ ਨੇ ਔਰ ਸਿੱਖਾਂ ਨੂੰ ਜਾਗਰਤ ਕਰਨ ਦੇ ਵਾਸਤੇ, ਇਹ ਸੁਨੇਹਾ ਦੇਣ ਦੇ ਵਾਸਤੇ ਕਿ ਰਾਵੀ ਤੋਂ ਪਾਰਾ ਹੋ ਜਾਓ, ਸਿੱਖਾਂ ਦੇ ਕੋਲ ਕਿਸੇ ਐਸੀ ਸ਼ਖਸੀਅਤ ਨੂੰ ਭੇਜਣਾ ਸੀ ਜਿਹਦੀ ਗੱਲ ਨੂੰ ਸਾਰੇ ਮੰਨ ਸਕਣ। ਉਹ ਹੁਕਮ ਆਪ ਦੇਖੋ, ਇੱਕ ਪਿਤਾ ਪੁੱਤਰ ਦਾ ਰਿਸ਼ਤਾ ਵੀ ਹੈ, ਇੱਕ ਗੁਰੂ ਸਿੱਖ ਦਾ ਰਿਸ਼ਤਾ ਵੀ ਹੈ। ਉਹਦੇ ਵਾਸਤੇ ਚੋਣ ਹੋਈ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ। ਹੁਕਮ ਅਨੁਸਾਰ ਸਤਿਗੁਰੂ ਜੀ ਲਾਹੌਰ ਪਹੁੰਚੇ ਇੱਕ ਸੇਵਕ ਨੂੰ ਲੈ ਕੇ, ਔਰ ਸਤਿਗੁਰਾਂ ਦੇ ਹੁਕਮ ਅਨੁਸਾਰ
ਉਸ ਇੰਨੇ ਤਣਾਅਪੂਰਨ, ਜਿੱਥੇ ਜਗ੍ਹਾ ਜਗ੍ਹਾ ਮੌਤ ਆਪਣਾ ਤਾਂਡਵ ਖੇਡਦੀ ਸੀ ਪਈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਸੁਨੇਹਾ ਪਹੁੰਚਾਉਣ ਵਾਸਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਘਰ ਘਰ ਨੇ। ਇਹ ਇੱਕ ਸਿੱਖ ਦੇ ਰੂਪ ਦੇ ਵਿੱਚ ਉਹਨਾਂ ਦੀ ਕਾਲਨਾ ਹੈ ਸਾਧ ਸੰਗਤ ਜੀ। ਜੇ ਹੋਰ ਕੰਮ ਹੋਣ ਕਿਸੇ ਵੀ ਤਰ੍ਹਾਂ ਦਾ, ਚਾਹੇ ਖੇਤੀ ਦਾ ਕੰਮ ਹੈ, ਚਾਹੇ ਹੋਰ ਕਿਸੇ ਇਮਾਰਤਾਂ ਦਾ ਕੰਮ ਹੈ ਜਾਂ ਅਦਾਲਤੀ ਕੰਮ ਹੈ, ਜੋ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਉਹਨੂੰ ਮੰਨਿਆ। ਸਾਧ ਸੰਗਤ ਜੀ, ਮੇਰੇ ਆਚਾਰੀਆ ਕਿਹਾ ਕਰਦੇ ਸਨ, ਜਿਹੜਾ ਚੰਗਾ ਸਿੱਖ ਬਣੇਗਾ ਉਹੀ ਕਦੇ ਜਾ ਕੇ ਚੰਗਾ ਗੁਰੂ ਤੇ ਅਧਿਆਪਕ ਬਣ ਸਕਦਾ ਹੈ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਤਿਗੁਰਾਂ ਦੀਆਂ ਇੱਕ ਸਿੱਖ ਦੇ ਰੂਪ ਦੇ ਵਿੱਚ ਵੀ ਅਪਾਰ ਖੁਸ਼ੀਆਂ ਪ੍ਰਾਪਤ ਕੀਤੀਆਂ। ਮੈਂ ਇਹ ਗੱਲ ਦੇ ਉੱਤੇ ਕਿਉਂ ਫੋਕਸ ਕਰ ਰਿਹਾ ਸੱਜਣੋ, ਮਿਹਨਤ ਦਾ, ਮੁਸ਼ੱਕਤ ਦਾ ਕੋਈ ਸ਼ਾਰਟਕਟ ਨਹੀਂ ਹੋਇਆ ਕਰਦਾ। ਕਿਰਪਾ ਦਾ ਪਾਤਰ ਬਣਨਾ ਪੈਂਦਾ, ਬਖਸ਼ਿਸ਼ਾਂ ਦਾ ਪਾਤਰ ਬਣਨਾ ਪੈਂਦਾ। ਚਾਹੇ ਉਹ ਸਤਿਗੁਰੂ ਆਪ ਹੀ ਕਰਵਾ ਲੈਂਦਾ, ਪਰ ਫਿਰ ਵੀ ਆਪਣਾ ਉਦਮ, ਆਪਣੀ ਸ਼ਰਧਾ, ਆਪਣਾ ਪ੍ਰੇਮ, ਆਪਣਾ ਸਮਰਪਣ ਅਰਪਿਤ ਕੀਤੇ ਤੋਂ ਬਿਨਾ ਸਤਿਗੁਰਾਂ ਦੀਆਂ ਖੁਸ਼ੀਆਂ ਦਾ ਪਾਤਰ ਨਹੀਂ ਬਣਿਆ ਜਾਂਦਾ। ਸਾਧ ਸੰਗਤ ਜੀ, ਇਹ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਹ ਵਿਸ਼ਾਲ ਵਟ ਬ੍ਰਿਕਸ਼, ਲਗਭਗ 1 ਸ਼ਤਾਬਦੀ ਦਾ ਜੀਵਨ, ਉਹ ਬ੍ਰਿਕਸ਼ ਇੰਨਾ ਫੈਲਦਾ ਗਿਆ, ਉਹਦੀ ਛਾਂ ਇੰਨੀ ਵੱਧਦੀ ਗਈ, ਇੰਨੀ ਸੰਘਣੀ ਹੁੰਦੀ ਗਈ, ਆਸ਼ਚਰਜ ਹੋ ਜਾਈਦਾ। ਵੇਦ ਦੇ ਰਿਸ਼ੀ ਕਹਿੰਦੇ ਨੇ, ਯਹ ਸਰਵਾਣੀ ਭੂਤਾਨੀ ਆਤਮਨੇਵਾਨੁਤਿਸ਼ਠਤੀ ਤਤ੍ਰ ਕੋ ਮੋਹਾ ਕੋ ਸ਼ੋਕਾ ਆਤਮਨੇਨ ਅਨੁਪਸ਼ਯਤੀ ਨਾ ਤਸਯਾ ਵਿਜੁਗੁਪਸਤੇ। ਬ੍ਰਹਮ ਗਿਆਨੀ ਦੇ ਲੱਛਣ ਬਹੁਤ ਵਰਣਨ ਨੇ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਇਹ ਸਾਰੇ ਵਰਣਨ ਜਿਹੜਾ ਸੁਖ ਦੁੱਖ ਚ ਸਮ ਰਹਿ ਜਾਂਦਾ ਹੈ। ਪਰ ਇੱਕ ਵੱਡੀ ਚੀਜ਼ ਵੱਲ ਜੋ ਮੈਂ ਇਸ਼ਾਰਾ ਕਰਨਾ ਚਾਹੁੰਦਾ, ਜੋ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਆਮ ਆਪਾਂ ਨੂੰ ਵੇਖਣ ਨੂੰ ਮਿਲਦਾ ਸੀ, ਨਾ ਵਿਜੁਗੁਪਸਤੇ, ਜਿਹੜਾ ਈਰਸ਼ਾ ਨਹੀਂ ਕਰਦਾ, ਜਿਹਦੇ ਅੰਦਰ ਕੋਈ ਦੂਸਰਾ ਭਾਵ ਨਹੀਂ ਹੈ। ਇਹ ਬ੍ਰਹਮ ਗਿਆਨੀ ਦੀ ਵੱਡੀ ਨਿਸ਼ਾਨੀ ਹੈ। ਸਾਧ ਸੰਗਤ ਜੀ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਾਤ ਪਾਤ ਦੇ ਫਿਰਕਿਆਂ ਤੋਂ, ਇਹਨਾਂ ਸੰਪਰਦਾਇ ਦੇ ਫਿਰਕਿਆਂ ਤੋਂ, ਵੱਡੇ ਛੋਟੇ ਦੇ ਊਚ ਨੀਚ ਦੇ ਭਾਵ ਤੋਂ ਬਹੁਤ ਉੱਪਰ ਉੱਠ ਕੇ ਸਾਰਿਆਂ ਨੂੰ ਇਸ ਢੰਗ ਦੇ ਨਾਲ ਗਲੇ ਦੇ ਨਾਲ ਲਾਇਆ, ਸਾਰਿਆਂ ਨੂੰ ਆਪਣਾ ਬਣਾ ਲਿਆ। ਸੱਚ ਜਾਣਨਾ, ਉਹਨਾਂ ਦੀ ਮੁਸਕਾਨ ਵੱਲ ਵੇਖ ਕੇ ਬੰਦੇ ਦਾ ਗੁੱਸਾ ਪਾਣੀ ਹੋ ਜਾਂਦਾ ਸੀ, ਉਹਦਾ ਵੈਰ ਭਾਵ ਸ਼ਾਂਤੀ ਚ ਬਦਲ ਜਾਂਦਾ ਸੀ। ਸਤਿਗੁਰੂ ਜੀ ਦਾ ਦਰਸ਼ਨ ਮਾਤਰ ਹੀ ਸਾਰਿਆਂ ਨੂੰ ਆਪਣਾ ਲੱਗਦਾ ਸੀ, ਕਿਉਂਕਿ ਉਹਨਾਂ ਦੀ ਆਤਮਾ ਦਾ ਐਸਾ ਪ੍ਰਕਾਸ਼ ਸੀ, ਜਿੱਥੇ ਨਾ ਕੋਈ ਹੁਣ ਦੂਸਰਾ ਰਹਿ ਗਿਆ ਸੀ। ਸਰਵੇ ਭਵੰਤੁ ਸੁਖਿਨਾ ਸਰਵੇ ਸੰਤੁ ਨਿਰਾਮਇਆ ਸਰਵੇ ਭਦਰਾਣੀ ਪਸ਼ੰਤੂ ਮਾ ਕਸ਼ਚਿਤ ਦੁਖ ਭਾਗ ਭਵੇਦ। ਸਾਰੇ ਹੀ ਸੁਖੀ ਹੋਣ, ਸਾਰੇ ਹੀ ਨਿਰੋਗੀ ਹੋਣ, ਸਰਬੱਤ ਦਾ ਭਲਾ ਹੋਵੇ। ਇਹ ਆਵਾਜ਼ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਜੋ ਕਿਰਨਾਂ ਨਿਕਲਦੀਆਂ ਸਨ, ਉਹ ਮਾਨਵ ਮਾਤਰ ਨੂੰ, ਪ੍ਰਾਣੀ ਮਾਤਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੀਆਂ ਸਨ। ਇਹੋ ਜਿਹੇ ਸਨ ਸਾਡੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਹੈਰਾਨ ਹੋ ਜਾਈਦਾ। ਗਊ ਸੰਮੇਲਨ ਦੇ ਉੱਤੇ ਗਏ, ਕੱਲ ਵੀ ਆਪਨੇ ਸਰਵਣ ਕੀਤਾ, ਚੇਤਨਾ ਦੇ ਸਤਰ ਦਾ ਵਰਣਨ ਹੈ। ਸਾਧ ਸੰਗਤ ਜੀ, ਵਿਅਕਤੀ ਨਹੀਂ ਮਹਾਨ ਹੋ, ਵਿਅਕਤੀ ਦੇ ਸਰੀਰ ਕਰਕੇ ਮਹਾਨਤਾ ਨਹੀਂ ਹੁੰਦੀ, ਵਿਅਕਤੀ ਦੇ ਧਨ ਪਦਾਰਥ ਕਰਕੇ ਵੀ ਨਹੀਂ ਮਹਾਨਤਾ ਹੁੰਦੀ। ਵਿਚਾਰਸ਼ੀਲ ਲੋਕ ਵਿਅਕਤੀ ਦੇ ਚੇਤਨਾ ਦਾ ਸਤਰ, ਵਿਅਕਤੀ ਦੇ ਗਿਆਨ ਦਾ ਸਤਰ, ਵਿਅਕਤੀ ਦੀ ਦ੍ਰਿਸ਼ਟੀ ਦਾ ਜੋ ਸਤਰ ਹੁੰਦਾ, ਉਹ ਵਿਅਕਤੀ ਨੂੰ ਮਹਾਨ ਬਣਾਉਂਦਾ। ਸਾਧ ਸੰਗਤ ਜੀ, ਆਪਾਂ ਆਪਣੇ ਬਾਰੇ ਸੋਚਦੇ ਹਾਂ, ਆਪਣੇ ਪਰਿਵਾਰ ਬਾਰੇ ਸੋਚਦੇ ਹਾਂ, ਆਪਣੇ ਰਿਸ਼ਤੇਦਾਰਾਂ ਬਾਰੇ ਸੋਚਦੇ ਹਾਂ,
ਪਰ ਇਹ ਛੋਟੀਆਂ ਛੋਟੀਆਂ ਸਟੇਟਮੈਂਟ ਸਤਿਗੁਰੂ ਜੀ ਦੀਆਂ ਜਦੋਂ ਵੇਖੀਦੀਆਂ, ਜਦੋਂ ਉਹਨਾਂ ਤੇ ਵਿਚਾਰ ਕਰੀਦਾ, ਹੈਰਾਨ ਹੋ ਜਾਈਦਾ ਔਰ ਕਹਿਣਾ ਪੈਂਦਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਓ ਦੇ ਵਾਕ ਅਨੁਸਾਰ ਸੱਚਮੁੱਚ ਇਸ ਸਰੀਰ ਦੇ ਅੰਦਰ ਜਿਸ ਚੇਤਨਾ ਦਾ ਆਵਿਰਭਾਵ ਹੋਇਆ ਉਹ ਪਰਮਾਤਮਾ ਤੋਂ ਬਿਨਾਂ ਹੋਰ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਨਹੀਂ ਹੋ ਸਕਦੀ। ਜਿਸ ਤਰ੍ਹਾਂ ਦਾ ਜੀਵਨ, ਜਿਸ ਤਰ੍ਹਾਂ ਦੇ ਨਿਸ਼ਾਨੇ, ਜਿਸ ਤਰ੍ਹਾਂ ਦੀਆਂ ਪ੍ਰੇਰਨਾ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖੀਆਂ, ਉਹਨਾਂ ਨੂੰ ਪਰਮਾਤਮਾ ਮੰਨੇ ਤੋਂ ਬਿਨਾਂ ਹੋਰ ਕੋਈ ਵਿਕਲਪ ਸਾਡੇ ਸਾਹਮਣੇ ਨਹੀਂ ਰਹਿ ਜਾਂਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਹਾ, ਗਊ ਦੀ ਰੱਖਿਆ ਵਾਸਤੇ ਵਿਚਾਰਕਾਂ ਨੇ ਆਪਣੇ ਮਤ ਰੱਖੇ, ਇਸ ਤਰ੍ਹਾਂ ਗਊ ਦੀ ਰੱਖਿਆ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਪਰ ਸਤਿਗੁਰੂ ਜੀ ਦੀ ਜੋ ਉਸ ਸਮੇਂ ਦਾ ਸੰਕਲਪ, ਸਤਿਗੁਰਾਂ ਨੇ ਕਿਹਾ ਗਊ ਦੀ ਰੱਖਿਆ ਤੇ ਹੋਣੀ ਚਾਹੀਦੀ ਹੈ, ਸੱਚਮੁੱਚ ਹੋਣੀ ਚਾਹੀਦੀ ਹੈ, ਪਰ ਪ੍ਰਾਣੀ ਮਾਤਰ ਦੀ ਰੱਖਿਆ ਹੋਣੀ ਚਾਹੀਦੀ ਹੈ। ਇਹ ਜੋ ਕੁੱਤੇ ਨੇ, ਇਹ ਜੋ ਬਿੱਲੀਆਂ ਨੇ, ਇਹ ਜੋ ਆਕਾਸ਼ ਦੇ ਪੰਛੀ ਨੇ, ਇਹਨਾਂ ਦੀ ਸੁਰੱਖਿਆ ਕਰਨਾ ਵੀ ਸਾਡਾ ਧਰਮ ਹੈ। ਇਹ ਭਾਵਨਾ ਇਸ ਤਰ੍ਹਾਂ ਨਹੀਂ ਅੰਦਰੋਂ ਨਿਕਲ ਸਕਦੀ। ਜਿਹੜਾ ਸਾਰਿਆਂ ਨੂੰ ਹੀ ਆਪਣਾ ਸਮਝਦਾ, ਜਿਹੜਾ ਸਾਰਿਆਂ ਦੇ ਨਾਲ ਹੀ ਪਿਆਰ ਕਰਦਾ, ਉਹਦੇ ਤੋਂ ਬਿਨਾਂ ਇਹ ਭਾਵਨਾ ਨਹੀਂ ਬਣ ਸਕਦੀ। ਸਾਧ ਸੰਗਤ ਜੀ, ਇਹ ਦ੍ਰਿਸ਼ਟੀ ਦੀ ਵਿਸ਼ਾਲਤਾ ਔਰ ਹੈਰਾਨ ਹੋ ਜਾਈਦਾ। ਐਸੇ ਐਸੇ ਲੋਕ ਸਤਿਗੁਰੂ ਜੀ ਨੇ ਜੀਵਨ ਦੇ ਵਿੱਚ ਪ੍ਰਭਾਵਿਤ ਕਰ ਦਿੱਤੇ, ਚਾਹੇ ਉਹ ਧਰਮ ਨੂੰ ਨਹੀਂ ਵੀ ਸਨ ਮੰਨਣ ਵਾਲੇ, ਚਾਹੇ ਉਹਨਾਂ ਦਾ ਜੀਵਨ ਕਿੰਨਾ ਵੀ ਪਤਿਤ ਸੀ, ਜਿਹਨੂੰ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਧਰਮਸਯ ਸੰਸਥਾਪਨਾਰਥਾਏ ਸੰਭਵਾਮੀ ਯੁਗੇ ਯੁਗੇ। ਜਿਹੜਾ ਕਿਸੇ ਦੇ ਜੀਵਨ ਨੂੰ ਪਰਿਵਰਤਿਤ ਕਰ ਦੇ, ਜਿਹੜਾ ਕਿਸੇ ਦੇ ਜੀਵਨ ਨੂੰ ਬਦਲ ਦਵੇ, ਜਿਹੜਾ ਕਿਸੇ ਦੇ ਦੁੱਖਾਂ ਦੇ ਵਿੱਚ ਆਨੰਦ ਦੀ ਕਿਰਨ ਭਰ ਦਵੇ, ਜਿਹੜਾ ਢੱਠੇ ਹੋਏ ਮਨਾਂ ਨੂੰ ਚੜ੍ਹਦੀ ਕਲਾ ਵੱਲ ਲੈ ਜਾਵੇ, ਉਹਦਾ ਨਾਮ ਹੀ ਸਤਿਗੁਰੂ ਹੋਇਆ ਕਰਦਾ ਹੈ। ਔਰ ਹਜ਼ਾਰਾਂ ਲੋਕਾਂ ਦੇ ਜੀਵਨ ਨੂੰ ਸਤਿਗੁਰੂ ਜੀ ਨੇ ਪ੍ਰਭਾਵਿਤ ਕੀਤਾ। ਮੇਰੇ ਤੇ ਵੀ ਬਹੁਤ ਵੱਡੀ ਕਿਰਪਾ ਸਤਿਗੁਰੂ ਜੀ ਨੇ ਕੀਤੀ। ਬਨਾਰਸ ਸੰਸਕ੍ਰਿਤ ਯੂਨੀਵਰਸਿਟੀ ਦੇ ਵਿੱਚ ਭੇਜਿਆ, ਸੰਸਕ੍ਰਿਤ ਦਾ ਅਧਿਐਨ ਕਰਨ ਦੇ ਵਾਸਤੇ ਭੇਜਿਆ। ਮੈਂ ਸਤਿਗੁਰੂ ਜੀ ਨੂੰ ਲਗਭਗ 7-8 ਮਹੀਨੇ ਬਾਅਦ ਆ ਕੇ ਬੇਨਤੀ ਕੀਤੀ। ਮਾਤਾ ਜੀ ਦੀ ਕੋਠੀ 'ਚ ਵਿਰਾਜਮਾਨ ਸਨ। ਮੈਂ ਕਿਹਾ, ਪਾਤਸ਼ਾਹ ਜੀ ਕੁਝ ਸਮਝ ਨਹੀਂ ਆਉਂਦੀ, ਉਹ ਕਹਿੰਦੇ ਕੀ ਨੇ, ਕਿਉਂਕਿ ਸੰਸਕ੍ਰਿਤ ਦਾ ਕੋਈ ਅਭਿਆਸ ਨਹੀਂ, ਕੋਈ ਸੁਣਿਆ ਨਹੀਂ। ਔਰ ਦੂਸਰਾ ਮੈਨੂੰ ਇਹ ਵੀ ਦੁੱਖ ਸੀ ਕਿ ਮੈਂ ਇੱਥੋਂ +2 ਦੇ ਵਿੱਚੋਂ ਗਿਆ, ਮੈਨੂੰ ਫਿਰ 10th 'ਚ ਹੀ ਉਹਨਾਂ ਨੇ 2 ਸਾਲ ਪਿੱਛੇ ਰੱਖ ਲਿਆ। ਇਹ ਵੀ ਮੈਂ ਸਤਿਗੁਰਾਂ ਨੂੰ ਅਰਜ਼ ਕੀਤੀ। ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਦੇ ਨਾਲ ਮੇਰੇ ਗੱਲ ਤੇ ਪੋਲਾ ਜਿਹਾ ਹੱਥ ਮਾਰ ਕੇ ਕਹਿੰਦੇ ਨੇ, ਨਹੀਂ ਸਮਝ ਆਉਂਦੀ ਪਰ ਤੂੰ ਆਉਣਾ ਨਹੀਂ, ਉੱਥੇ ਬੈਠਾ ਰਿਹਾ ਕਰ। ਔਰ ਜਦੋਂ ਮੈਂ ਪਿੱਛੇ ਮੁੜ ਕੇ ਆਪਣੇ ਜੀਵਨ ਵੱਲ ਵੇਖਦਾ, ਸਤਿਗੁਰੂ ਜੀ ਵਿਰਾਜਮਾਨ ਨੇ, ਮੈਨੂੰ ਉਹਨਾਂ ਦੀ ਕਿਰਪਾ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਉਹਨਾਂ ਨੇ ਐਸੀ ਕਿਰਪਾ ਕੀਤੀ। ਸੰਗੀਤ ਦੀਆਂ ਮਹਾਨ ਹਸਤੀਆਂ ਸਾਡੇ ਸਾਹਮਣੇ ਬੈਠੀਆਂ ਨੇ, ਜੇ ਇਹ ਵੀ ਆਪਣੇ ਜੀਵਨ ਵੱਲ ਵੇਖਣਗੇ, ਮਿਹਨਤ ਵੀ ਉਹਨਾਂ ਨੇ ਕਰਵਾ ਲਈ, ਉਹ ਸੋਝੀ ਵੀ ਉਹਨਾਂ ਨੇ ਦੇ ਦਿੱਤੀ। ਉਹਨਾਂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਸਾਡਾ ਰੋਮ ਰੋਮ ਉਹਨਾਂ ਦੀ ਬਖਸ਼ਿਸ਼ ਔਰ ਕਿਰਪਾ ਦੇ ਵਿੱਚ ਡੁੱਬਿਆ ਪਿਆ। ਅਸੀਂ ਜੁਗਾਂ ਜੁਗੰਤਰ ਆਪਣੇ ਸਤਿਗੁਰੂ ਦਾ ਜਸ ਨਹੀਂ ਗਾਇਨ ਕਰ ਸਕਦੇ। ਸਵਾਭਿਮਾਨ ਕਰਿਆ ਕਰੋ, ਆਪਣੇ ਸਤਿਗੁਰੂ ਦੇ ਉੱਤੇ ਮਾਣ ਕਰਿਆ ਕਰੋ ਔਰ ਬੜੇ ਫਕਰ ਦੇ ਨਾਲ ਆਪਣੇ ਜੀਵਨ ਨੂੰ ਉੱਚਾ ਚੁੱਕਿਆ ਕਰੋ। ਅਸੀਂ ਉਸ ਸਤਿਗੁਰੂ ਦੇ ਸਿੱਖਾਂ ਜਿਨ੍ਹਾਂ ਕਿਸੇ ਵੀ ਮੁਸ਼ਕਿਲ ਦੇ ਸਮੇਂ ਦੇ ਵਿੱਚ ਆਪਣੀ ਪ੍ਰੇਮ ਭਰੀ ਮੁਸਕਾਨ ਨਹੀਂ ਛੱਡੀ, ਉਹ ਹਿੰਮਤ ਨਹੀਂ ਛੱਡੀ, ਉਸ ਹਰ ਕਾਰਜ ਨੂੰ ਨੇਪਰੇ ਚਾੜਿਆ ਜਿਹੜਾ ਲੋਕਾਂ ਦੇ ਵਾਸਤੇ ਅਸੰਭਵ ਸੀ। ਸਾਧ ਸੰਗਤ ਜੀ, ਔਰ ਇੰਨੀ ਸਰਲਤਾ ਔਰ ਪ੍ਰੇਮ ਦੇ ਨਾਲ ਜਿਸ ਤਰ੍ਹਾਂ ਨਦੀਆਂ ਦਾ ਜਲ ਵਹਿੰਦਾ ਹੈ, ਜਿਸ ਤਰ੍ਹਾਂ ਸਹਿਜਤਾ ਤੇ ਸਰਲਤਾ ਦੇ ਨਾਲ ਫੁੱਲ ਬ੍ਰਿਖਸ਼ਾਂ ਨੂੰ ਫੁੱਲ ਆ ਜਾਂਦੇ ਨੇ, ਜਿਸ ਤਰ੍ਹਾਂ ਸਹਿਜ ਤੇ ਸਰਲਤਾ ਦੇ ਨਾਲ ਦਰਖਤਾਂ ਦੇ ਫਲ ਨਿਕਲ ਆਉਂਦੇ ਨੇ, ਉਹ ਸਤਿਗੁਰੂ ਜੀ ਦੀ ਮੁਸਕਾਨ, ਉਹਨਾਂ ਦੀ ਰੂਹਾਨੀ ਸ਼ਕਤੀ, ਉਹਨਾਂ ਦੀ ਪ੍ਰੇਰਣਾ ਹਰ ਵਿਅਕਤੀ ਦੇ ਹਿਰਦੇ ਨੂੰ ਪ੍ਰੇਮ ਤੇ ਕਰੁਣਾ ਦੇ ਨਾਲ ਆਪਲਾਵਿਤ ਕਰ ਦਿੰਦੀ ਸੀ। ਸਾਧ ਸੰਗਤ ਜੀ, ਬਨਾਰਸ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਗਏ,
ਇੱਕ ਵੇਦ ਡਿਪਾਰਟਮੈਂਟ ਦੇ ਹੈੱਡ ਪ੍ਰੋਫੈਸਰ ਜੁਗਲ ਕਿਸ਼ੋਰ ਮਿਸ਼ਰ ਜੀ, ਮੇਰਾ ਇਸ ਪਹਿਰਾਵਾ ਵੇਖ ਕੇ ਉਹ ਪ੍ਰੋਫੈਸਰ ਕਲੋਨੀ ਦੇ ਵਿੱਚ ਸੈਕੰਡ ਫਲੋਰ ਤੇ ਸਨ। ਮੈਨੂੰ ਵੇਖ ਕੇ ਉਹਨਾਂ ਨੇ ਬੁਲਾਇਆ, ਔਰ ਮੈਂ ਬੜੇ ਸੀਨੀਅਰ ਸੀ, ਉਹ ਬਾਅਦ ਚ ਰਾਜਸਥਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਬਣੇ। ਮੈਂ ਬੜਾ ਡਰਦਾ ਗਿਆ, ਮੈਂ ਸੋਚਿਆ ਸ਼ਾਇਦ ਕੁਝ ਕੰਮ ਹੋਏਗਾ ਉਹਨਾਂ ਨੂੰ। ਮੈਂ ਗਿਆ, ਮੈਨੂੰ ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਬਿਠਾਇਆ, ਜਲ ਪਾਣੀ ਛਕਾਇਆ, ਔਰ ਮੈਂ ਇਸ ਸਾਰੇ ਵਾਤਾਵਰਣ ਤੋਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਇੰਨਾ ਸਤਿਕਾਰ ਕਿਉਂ ਹੋ ਰਿਹਾ। ਮੈਂ ਬੜੇ ਸੰਕੋਚ ਦੇ ਨਾਲ ਹੱਥ ਜੋੜ ਕੇ ਪੁੱਛਿਆ, ਮੈਂ ਕਿਹਾ ਗੁਰੂ ਜੀ ਮੈਨੂੰ ਤੇ ਕੁਝ ਨਹੀਂ ਸਮਝ ਆ ਰਿਹਾ। ਮੈਨੂੰ ਉਹਨਾਂ ਨੇ ਨਾਲ ਲਿਜਾ ਕੇ ਆਪਣੇ ਕਮਰੇ ਦੇ ਵਿੱਚ ਇਸ਼ਾਰਾ ਕੀਤਾ। ਮੈਂ ਵੇਖਿਆ ਸਾਹਮਣੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਲੱਗੀ ਸੀ। ਮੈਨੂੰ ਸਮਝਦਿਆਂ ਝਟ ਨਾ ਲੱਗਿਆ ਇਹ ਸਤਿਗੁਰੂ ਦੀ ਬਖਸ਼ਿਸ਼ ਹੋ ਰਹੀ ਹੈ, ਉਹਨਾਂ ਦਾ ਇਹਨਾਂ ਲੋਕਾਂ ਦੇ ਅੰਦਰ ਬਣਾਇਆ ਸਤਿਕਾਰ ਜਿਹੜਾ ਉਹ ਜਾਗਦਾ ਪਿਆ। ਉਹ ਪ੍ਰੋਫੈਸਰ ਜੁਗਲ ਕਿਸ਼ੋਰ ਮਿਸ਼ਰ ਨੇ ਗੱਲ ਆਖੀ, ਕਹਿੰਦੇ ਨੇ ਸਤਿਗੁਰੂ ਜੀ ਨੇ ਜਦੋਂ ਆ ਕੇ ਇੱਥੇ ਭਾਸ਼ਣ ਦਿੱਤਾ, ਵਿਦਵਾਨ ਲੋਕ ਨੇ, ਸ਼ਾਸਤਰਾਰਥੀ ਪੰਡਿਤ ਨੇ, ਕਹਿੰਦੇ ਸ਼ਬਦ ਬੜੇ ਸਰਲ ਸਨ, ਗੱਲਾਂ ਵੀ ਬੜੀਆਂ ਸੌਖੀਆਂ ਜੀਆਂ ਸਨ, ਪਰ ਪਤਾ ਨਹੀਂ ਉਹ ਫਿਰ ਵੀ ਉਹਨਾਂ ਸ਼ਬਦਾਂ ਦੇ ਵਿੱਚ ਐਸੀ ਕਸ਼ਿਸ਼ ਸੀ ਕਿ ਉਹ ਦਿਲ ਨੂੰ ਖਿੱਚਦੇ ਸਨ। ਸਾਧ ਸੰਗਤ ਜੀ, ਜਿੱਦਣ ਦੇ ਸਤਿਗੁਰਾਂ ਦੇ ਉਹ ਉਪਦੇਸ਼ ਸੁਣੇ ਨੇ, ਉਹਨਾਂ ਦੇ ਸ਼ਬਦਾਂ ਦੀ ਕਸ਼ਿਸ਼ ਐਸੀ ਦਿਲਾਂ 'ਚ ਬੈਠੀ ਹੈ ਕਿ ਹਮੇਸ਼ਾ ਉਹਨਾਂ ਨੂੰ ਜਦੋਂ ਵੀ ਯਾਦ ਕਰੀਦਾ ਹਿਰਦੇ ਦੇ ਵਿੱਚ ਬੜਾ ਆਨੰਦ ਭਰ ਜਾਂਦਾ। ਸਾਧ ਸੰਗਤ ਜੀ, ਇਹ ਉਹ ਵਿਦਵਾਨ ਬਨਾਰਸ ਦੇ ਪੰਡਤ ਕਹਿ ਰਹੇ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਨਾਲ ਕੋਈ ਬਹੁਤ ਨੇੜਤਾ ਨਹੀਂ ਸੀ, ਪਰ ਐਸਾ ਸਤਿਗੁਰੂ ਜੀ ਨੇ ਉਹਨਾਂ ਦੇ ਅੰਦਰ ਉਹ ਪ੍ਰਭਾਵ ਨਿਮਰਤਾ ਦਾ। ਸੱਜਣੋ, ਵਿਦਿਆ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ, ਵਿਦਿਆ ਨਾਲ ਬਹੁਤ ਦਿਨਾਂ ਤੱਕ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਂਦਾ। ਵਿਅਕਤੀ ਦੀ ਸਰਲਤਾ, ਵਿਅਕਤੀ ਦੀ ਨਿਸ਼ਚਲਤਾ, ਵਿਅਕਤੀ ਦਾ ਅਹੇਤੁਕ ਨਿਸ਼ਕਾਰਣ ਪ੍ਰੇਮ, ਵਿਅਕਤੀ ਦੀ ਕਰੁਣਾ, ਵਿਅਕਤੀ ਦਾ ਆਪਣਾਪਨ ਪਹਾੜ ਨੂੰ ਵੀ ਪਿਘਲਾ ਦਿੰਦਾ ਹੈ, ਹਿੰਸਕ ਪਸ਼ੂਆਂ ਦੀ ਹਿੰਸਾ ਨੂੰ ਵੀ ਖਤਮ ਕਰ ਦਿੰਦਾ। ਸਾਧ ਸੰਗਤ ਜੀ, ਉਹ ਵਿਅਕਤਿਤਵ ਅਗਰ ਸਾਨੂੰ ਕਿਤੇ ਵੇਖਣ ਨੂੰ ਮਿਲਿਆ, ਆਪਣੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਚ ਵਿਖਰਿਆ। ਮੈਂ ਅਖੀਰ ਚ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਗੱਲ ਜ਼ਰੂਰ ਕਹਿਣਾ, ਸਤਿਗੁਰੂ ਜੀ ਦੇ ਉਪਦੇਸ਼ ਬਹੁਤ ਪ੍ਰੇਰਣਾਦਾਇਕ ਨੇ। ਹੈਰਾਨ ਹੋ ਜਾਈਦਾ, ਵੇਦਾਂ ਦੀਆਂ ਬੜੀਆਂ ਡੂੰਘੀਆਂ ਗੱਲਾਂ ਨੂੰ ਬੜੇ ਸਰਲ ਜਿਹੇ ਸ਼ਬਦਾਂ ਦੇ ਨਾਲ ਵਿਆਖਿਆਇਤ ਕਰ ਦਿੰਦੇ ਸਨ। ਇਸੇ ਕਰਕੇ ਮੈਂ ਕਿਹਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਚੱਲਦੀ ਫਿਰਦੀ ਗੁਰਬਾਣੀ ਦੀ ਵਿਆਖਿਆ ਸੀ। ਸਾਧ ਸੰਗਤ ਜੀ, ਆਪਣੇ ਘਰਾਂ ਦੇ ਵਿੱਚ ਇਹ ਸ਼ਤਾਬਦੀ ਆਪਾਂ ਮਨਾ ਲਈ ਹੈ, ਇੱਥੋਂ ਚਲੇ ਵੀ ਜਾਣਾ, ਪਰ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਜ਼ਰੂਰ ਜੁੜ ਕੇ ਰਹੀਏ। ਨਿਤਨੇਮ ਕਰਦੇ ਆ ਸਮੇਂ ਅਥਵਾ ਹੋਰ ਸਮੇਂ, ਜਦੋਂ ਵੀ ਸਮੇਂ ਮਿਲੇ ਸਤਿਗੁਰੂ ਜੀ ਦੇ ਉਪਦੇਸ਼ ਜ਼ਰੂਰ ਸਰਵਣ ਕਰੀਏ, ਤਾਂ ਹੀ ਉਸ ਸਤਿਗੁਰੂ ਦੇ ਪ੍ਰਤੀ ਜੋ ਸਾਡੀ ਸ਼ਰਧਾ ਹੈ ਉਹਨੂੰ ਪੂਰਨ ਭਾਵ ਮਿਲਦਾ। ਸਤਿਗੁਰਾਂ ਦੇ ਸ਼ਬਦ ਜਦੋਂ ਆਪਾਂ ਸੁਣਦੇ ਹਾਂ, ਤੁਸੀਂ ਡਾਕਟਰ ਬਣੋ, ਵਕੀਲ ਬਣੋ, ਇੰਜੀਨੀਅਰ ਬਣੋ, ਪਰ ਸਿੱਖ ਜ਼ਰੂਰ ਬਣੋ। ਇਹੋ ਜਿਹੇ ਸ਼ਬਦ ਆਪਣੇ ਘਰਾਂ ਦੇ ਵਿੱਚ ਆਪਾਂ ਲਿਖ ਕੇ ਲਾਈਏ, ਆਪਣੇ ਹਿਰਦਿਆਂ ਤੇ ਲਿਖੀਏ, ਆਪਣੇ ਬੱਚਿਆਂ ਨੂੰ ਸੁਣਾਈਏ। ਉਸ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸੁਣਨ ਦੇ ਨਾਲ ਉਹਨਾਂ ਦੇ ਪ੍ਰਤੀ ਪ੍ਰੇਮ ਪੈਦਾ ਹੋਏਗਾ। ਔਰ ਸੱਚ ਜਾਣਨਾ, ਜਿਹਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਪ੍ਰੇਮ ਹੈ, ਉਹਦੇ ਮੁਖੋਂ ਸਿਮਰਨ ਨਿਕਲੇ ਬਿਨਾ ਨਹੀਂ ਰਹਿ ਸਕਦਾ। ਸਾਧ ਸੰਗਤ ਜੀ, ਔਰ ਜਿਹਦੇ ਮੁਖ ਤੋਂ ਸਿਮਰਨ ਨਿਕਲਦਾ, ਹਿਰਦੇ ਦੇ ਵਿੱਚ ਸਤਿਗੁਰੂ ਦਾ ਪ੍ਰੇਮ ਹੈ, ਉਹ ਸਤਿਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਜ਼ਰੂਰ ਬਣਦਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਸਾਡੇ ਕੋਲੋਂ ਕੋਈ ਮੰਗ ਨਹੀਂ ਰੱਖੀ। ਸਤਿਗੁਰਾਂ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ,
ਚਾਹੇ ਸੰਗੀਤ ਵੱਲ ਹੋਵੇ, ਖੇਤੀ ਵੱਲ ਹੋਵੇ, ਪਸ਼ੂ ਪਾਲਣ ਵੱਲ ਹੋਵੇ, ਰਾਜਨੀਤਿਕ ਪੱਖ ਤੇ ਹੋਵੇ, ਸਮਾਜਿਕ ਪੱਖ ਤੇ ਹੋਵੇ, ਸਾਨੂੰ ਸਤਿਗੁਰੂ ਜੀ ਇਹ ਬਚਨ ਕਰਿਆ ਕਰਦੇ ਸਨ, ਮੈਂ ਚਾਹੁੰਦਾ ਨਾਮਧਾਰੀਆਂ ਨੂੰ ਸਾਰੇ ਹੀ ਸੁੱਖ ਮਿਲਣ। ਮੈਂ ਚਾਹੁੰਦਾ ਜਿਹੜਾ ਮੇਰੇ ਕੋਲ ਆਉਂਦਾ ਉਹਦੇ ਤੋਂ 4-5 ਵੱਧ ਗੁਣਾ ਮੈਂ ਉਹਨੂੰ ਦਵਾਂ। ਇਹ ਸਤਿਗੁਰੂ ਜੀ ਦੀ ਇੱਛਾ ਹੋਇਆ ਕਰਦੀ ਸੀ। ਪਰ ਸਤਿਗੁਰਾਂ ਨੇ ਸਾਡੇ ਕੋਲੋਂ ਹੋਰ ਕੁਝ ਮੰਗਿਆ ਨਹੀਂ, ਪਰ ਇੰਨੀ ਕੁ ਜ਼ਰੂਰ ਆਪਣੇ ਬੱਚੇ ਜਾਣ ਕੇ, ਸਿੱਖ ਜਾਣ ਕੇ ਸਤਿਗੁਰੂ ਜੀ ਸਾਡੇ ਤੋਂ ਇਹ ਆਕਾਂक्षा ਕਰਦੇ ਸਨ, ਮੇਰੇ ਸਿੱਖ ਇਸ ਪਹਿਰਾਵੇ ਦੇ ਵਿੱਚ ਰਹਿਣ, ਮੇਰੇ ਸਿੱਖ ਅੰਮ੍ਰਿਤ ਵੇਲੇ ਉੱਠਣ, ਮੇਰੇ ਸਿੱਖ ਨਾਮ ਸਿਮਰਨ ਕਰਨ, ਮੇਰੇ ਸਿੱਖ ਵੱਧ ਤੋਂ ਵੱਧ ਮਰਿਆਦਾ ਦੇ ਵਿੱਚ ਚੱਲਣ ਔਰ ਸਾਰਿਆਂ ਦੇ ਨਾਲ ਪਿਆਰ ਕਰਨ। ਮਹਰਿਸ਼ੀ ਬਿਆਸ ਕਹਿੰਦੇ ਨੇ, ਧਰਮੋ ਯੋ ਬਾਧਯਤੇ ਧਰਮਾ ਨਾ ਸਧਰਮਾ ਕੁਧਰਮਤਾ। ਧਰਮ ਕੀ ਹੈ? ਆਪਣੇ ਧਰਮ ਦੇ ਵਿੱਚ ਪੱਕਿਆਂ ਰਹਿੰਦਿਆਂ ਹੋਇਆਂ ਵੀ ਆਪਾਂ ਸਾਰੇ ਧਰਮਾਂ ਨਾਲ ਪਿਆਰ ਕਰ ਸਕਦੇ ਹਾਂ, ਸਾਰੀਆਂ ਜਾਤਾਂ ਨੂੰ ਆਪਣਾ ਬਣਾ ਸਕਦੇ ਹਾਂ, ਸਾਰੀ ਮਾਨਵਤਾਈ ਦੇ ਨਾਲ ਆਪਣਾ ਪਰਿਵਾਰ ਬਣਾ ਸਕਦੇ ਹਾਂ। ਉਹਦਾ ਨਾਮ ਧਰਮ ਹੈ। ਔਰ ਸਤਿਗੁਰੂ ਜੀ ਨੇ ਇਹ ਸਾਨੂੰ ਸਿਖਾਇਆ। ਸੱਚੇ ਪਾਤਸ਼ਾਹ ਇੱਕ ਜਗ੍ਹਾ ਹੁਕਮ ਕਰਦੇ ਨੇ, ਅਸੀਂ ਆਪਣੇ ਅਸੂਲਾਂ ਤੇ ਮਰਿਆਦਾ ਦੇ ਉੱਤੇ ਰਹਿੰਦਿਆਂ ਹੋਇਆਂ ਸਾਰਿਆਂ ਦੇ ਨਾਲ ਹੀ ਪਿਆਰ ਕਰਨਾ ਜਾਣਦੇ ਹਾਂ। ਇਹ ਸੱਚੇ ਪਾਤਸ਼ਾਹ ਨੇ ਸਿਖਾਇਆ। ਆਪਣੀ ਦ੍ਰਿੜਤਾ ਦੇ ਅੰਦਰ ਰਹਿੰਦਿਆਂ ਹੋਇਆਂ ਉਹਨਾਂ ਨੇ ਸਾਰਿਆਂ ਦੇ ਨਾਲ ਪਿਆਰ ਕੀਤਾ, ਸਾਰੇ ਧਰਮਾਂ ਨੂੰ ਬਰਾਬਰ ਮੰਨਿਆ। ਕਿਉਂ? ਕਿਉਂਕਿ ਉਹ ਇੱਕੋ ਹੀ ਪਰਮਾਤਮਾ ਘਟ ਘਟ ਦੇ ਵਿੱਚ ਵਿਰਾਜਮਾਨ ਹੈ। ਹਰ ਜੀਵ ਦੇ ਅੰਦਰ ਅੰਤਰਜਾਮੀ ਰੂਪ 'ਚ ਉਹ ਪਰਮਾਤਮਾ ਵਿਰਾਜਮਾਨ ਹੈ। ਸ੍ਰਿਸ਼ਟੀ ਦੇ ਹਰ ਕਣ ਕਣ ਦੇ ਵਿੱਚ ਉਹ ਇੱਕੋ ਹੀ ਪਰਮਾਤਮਾ ਸੱਤਾ ਰੂਪ 'ਚ ਵਿਰਾਜਮਾਨ ਹੈ। ਜੀਵ ਦੀ ਸੱਤਾ ਬ੍ਰਹਮ ਤੋਂ ਅਭਿੰਨ ਹੈ। ਇਸ ਦਾ ਸਾਖਸ਼ਾਤਕਾਰ ਔਰ ਇਸ ਦਾ ਪ੍ਰਚਾਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਆਜੀਵਨ ਕੀਤਾ ਔਰ ਆਪਣੇ ਜੀਵਨ ਦੇ ਦੁਆਰਾ ਦਿਖਾਇਆ ਸਾਧ ਸੰਗਤ 'ਚ। ਸੋ ਅਖੀਰ 'ਚ ਮੈਂ ਇਹੀ ਕਹਿਣਾ ਚਾਹੁੰਦਾ, ਉਹਨਾਂ ਦੇ ਉਪਦੇਸ਼ਾਂ ਨਾਲ ਜੁੜੀਏ। ਸਤਿਗੁਰੂ ਜੀ ਬਾਰ-ਬਾਰ ਹਰ ਉਪਦੇਸ਼ ਦੇ ਵਿੱਚ ਆਪ ਸੁਣ ਲੋਗੇ ਨਾਮ ਸਿਮਰਨ ਬਾਰੇ ਜ਼ਰੂਰ ਕਹਿੰਦੇ ਸਨ। ਸੋ ਉਹਨਾਂ ਦੇ ਪ੍ਰਤੀ ਜੇ ਸਾਡੀ ਸ਼ਰਧਾ ਹੈ, ਅਸੀਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਵੱਧ ਤੋਂ ਵੱਧ ਨਾਮ ਸਿਮਰਨ ਨਾਲ ਜੁੜੀਏ, ਮਰਿਆਦਾ ਨਾਲ ਜੁੜੀਏ ਔਰ ਹਮੇਸ਼ਾ ਉਸ ਮੂਰਤੀ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖੀਏ। ਜਦੋਂ ਵੀ ਉਹ ਮੂਰਤੀ ਸਾਡੇ ਸਾਹਮਣੇ ਆਉਂਦੀ ਹੈ, ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਹੈ, ਸ਼ਾਂਤੀ ਪੈ ਜਾਂਦੀ ਹੈ। ਉਸ ਮਹਾਨ ਸਤਿਗੁਰੂ ਨੂੰ ਮੇਰੇ ਆਪਣੇ ਤੇ ਕੀਤੇ ਹੋਏ ਉਪਕਾਰਾਂ ਪ੍ਰਤੀ ਵੀ ਮੈਂ ਯਾਦ ਕਰਦਾ, ਸਮੁੱਚੀ ਸਾਧ ਸੰਗਤ ਤੇ ਕੀਤੇ ਉਪਕਾਰਾਂ ਦੇ ਪ੍ਰਤੀ ਯਾਦ ਕਰਦਾ ਹੋਇਆ ਇਹ ਪ੍ਰਾਰਥਨਾ ਕਰਦਾ, ਸੱਚੇ ਪਾਤਸ਼ਾਹ ਸਾਡੀ ਸ਼ਰਧਾ, ਸਾਡਾ ਪ੍ਰੇਮ ਆਪ ਦੇ ਚਰਨਾਂ 'ਚ ਹਮੇਸ਼ਾ ਸਮਰਪਿਤ ਰਹੇ ਔਰ ਆਪ ਦੇ ਉਪਦੇਸ਼ਾਂ ਨਾਲ ਜੁੜ ਕੇ ਅਸੀਂ ਆਪ ਨਾਲ ਅਥਾਹ ਪਿਆਰ ਕਰ ਸਕੀਏ। ਇਸੇ ਕਾਮਨਾ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ, ਆਪਣੀ ਬਾਣੀ ਨੂੰ ਵਰਤਮਾਨ ਸਤਿਗੁਰੂ ਜੀ ਦੇ ਚਰਨਾਂ 'ਚ ਸਮਰਪਿਤ ਕਰਦਾ ਹੋਇਆ। ਸਤਿ ਸ੍ਰੀ ਅਕਾਲ ਜੀ।